ਗੁੱਡ ਮਾਰਨਿੰਗ ਬੱਚਿਓ। ਅੱਗੇ ਅਸੀਂ ਕਰਾਂਗੇ ਗਲੀਏ ਚਿੱਕੜ ਦੂਰ ਕਰ ਸਵੈ ਜੀਵਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਲਿਖੀ ਹੋਈ। ਅੱਗੇ ਅਸੀਂ ਕਰਾਂਗੇ ਅਗਲਾ ਕਾਂਡ ਸੁੱਕੀ ਡਾਲ ਦੇ ਪੀਲੇ ਪੱਤਰ। ਇਸ ਕਾਂਡ ਵਿੱਚ ਬੱਚਿਓ ਵਣਜਾਰਾ ਬੇਦੀ ਦੱਸਦੇ ਆ ਕਿ ਜੀਤੀ ਕੰਪਨੀ ਦੀ ਨੌਕਰੀ ਛੱਡਣ ਮਗਰੋਂ ਉਹ ਦਿੱਲੀ ਵਿੱਚ ਆ ਜਾਂਦਾ, ਜਿੱਥੇ ਉਹਨੂੰ ਅਤ ਗਰੀਬੀ ਭਰੇ ਦਿਨਾਂ ਦਾ ਸਾਹਮਣਾ ਕਰਨਾ ਪੈਂਦਾ। ਅਤੇ ਫਿਰ ਅੰਤ ਵਿੱਚ ਉਹ ਦੱਸਦਾ ਕਿ ਉਹਨੂੰ ਆਪਣੀ ਮਨਪਸੰਦ ਨੌਕਰੀ ਪ੍ਰੀਤਮ ਦੇ ਐਡੀਟਰ ਦੇ ਰੂਪ ਦੇ ਵਿੱਚ ਮਿਲ ਜਾਂਦੀ ਹੈ। ਪੜ੍ਹਦੇ ਹਾਂ ਕੀ ਲਿਖਦਾ ਹੈ ਲੇਖਕ। ਨੌਕਰੀ ਛੱਡਣ ਵੇਲੇ ਮੈਂ ਬੜੇ ਉਤਸ਼ਾਹ ਵਿੱਚ ਸਾਂ। ਇਹ ਵੀ ਕੋਈ ਕੰਮਾਂ ਵਿੱਚੋਂ ਕੰਮ ਸੀ। ਧੁੱਪ 'ਤੇ ਸੀ, ਉਹਦੀ ਨਿੱਘ ਕੋਈ ਨਹੀਂ ਸੀ, ਪਰ ਕੋਸੀ ਕੋਸੀ ਧੁੱਪ ਮਿਲੇ ਕਿੱਥੋਂ। ਸੂਰਜ ਹੀ ਧਵਾਂਖਿਆ ਪਿਆ ਸੀ। ਸੂਰਜ ਉਸੇ ਨੂੰ ਰੌਸ਼ਨੀ ਦਿੰਦਾ ਸੀ ਜਿਸ ਨਾਲ ਉਸਦਾ ਸਿੱਧਾ ਰਾਬਤਾ ਸੀ। ਅਤੇ ਮੇਰਾ ਘਰ ਤਾਂ ਭੀੜੀ ਜਿਹੀ ਗਲੀ ਵਿੱਚ ਸੀ। ਸੋ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਕਿ ਜੀਟੀ ਕੰਪਨੀ ਦੀ ਨੌਕਰੀ ਲੇਖਕ ਛੱਡਣਾ ਚਾਹੁੰਦਾ ਸੀ ਅਤੇ ਛੱਡ ਦਿੰਦਾ। ਫਿਰ ਕੀ ਕਹਿੰਦਾ, ਦਿੱਲੀ ਪਹੁੰਚ ਕੇ ਮੈਨੂੰ ਘਬਰਾਹਟ ਜਿਹੀ ਮਹਿਸੂਸ ਹੋਣ ਲੱਗੀ। ਇੱਥੇ ਹਮੇਸ਼ਾ ਮੈਂ ਧੱਕੇ ਖਾਧੇ ਸਨ। ਇੱਥੇ ਸੜਕਾਂ 'ਤੇ ਭੀੜ ਭੜੱਕਾ ਤਾਂ ਹੈ, ਪਰ ਕੋਈ ਕਿਸੇ ਨੂੰ ਪਛਾਣਦਾ ਨਹੀਂ। ਭਰਿਆ ਭਰਿਆ ਸ਼ਹਿਰ ਵੀ ਸੱਖਣਾ ਸੱਖਣਾ ਅਤੇ ਸੁੰਝਾ ਲੱਗਦਾ ਹੈ। ਅਲਗਰਜ਼ ਅਤੇ ਬੇਮੋਹੀਆਂ ਭੀੜਾਂ। ਜੇ ਕੋਈ ਡਿੱਗ ਪਏ ਤਾਂ ਉਸਦੇ ਖੜ੍ਹੇ ਹੋਣ ਤੱਕ ਲਈ ਸਬਰ ਕਰਨ ਦੀ ਥਾਂ ਪੈਰਾਂ ਹੇਠ ਮਧੂਲ ਕੇ ਲੰਘ ਜਾਣ ਵਾਲੀਆਂ ਭੀੜਾਂ। ਸੋ ਦਿੱਲੀ ਦਾ ਵੀ ਹਾਲ ਮਾੜਾ ਹੈ ਜਿੱਥੇ ਨੂੰ ਉਹ ਆਇਆ ਹੈ। ਇੱਥੇ ਵੀ ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ ਹੈ ਅਤੇ ਮੋਹ ਤਾਂ ਬਿਲਕੁਲ ਵੀ ਲੋਕਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ। ਸੋ ਇੱਥੇ ਵੀ ਲੇਖਕ ਪਰੇਸ਼ਾਨ ਹੈ। ਕਦੇ ਮੈਂ ਸੋਚਦਾ ਚੰਗੀ ਭਲੀ ਨੌਕਰੀ ਐਵੇਂ ਹਉ ਵਿੱਚ ਆ ਕੇ ਛੱਡ ਆਇਆ। ਸੋ ਇਹ ਬੰਦੇ ਨਾਲ ਹੁੰਦਾ ਹੈ ਜਦੋਂ ਕੋਈ ਆਪਾਂ ਨਿਰਣਾ ਕਰ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਇੱਕ ਵਾਰ ਪਛਤਾਵਾ ਜ਼ਰੂਰ ਲੱਗਦਾ ਅਗਰ ਬਾਅਦ ਦੇ ਵਿੱਚ ਉਹ ਨਿਰਣਾ ਗਲਤ ਜਾਪੇ। ਸੋ ਉਹੀ ਲੇਖਕ ਦੇ ਨਾਲ ਵੀ ਹੋ ਰਿਹਾ। ਮੈਨੂੰ ਆਪਣੇ ਆਪ ਨੂੰ ਬੇਕਸੂਰ ਸਿੱਧ ਕਰਨਾ ਚਾਹੀਦਾ ਸੀ। ਮੇਜਰ ਤਾਂ ਡਰਾ ਧਮਕਾ ਕੇ ਅਸਲੀ ਗੱਲ ਜਾਣਨਾ ਚਾਹੁੰਦਾ ਸੀ ਅਤੇ ਮੈਂ ਸ਼ਾਨ ਵਿੱਚ ਆ ਕੇ ਅਸਤੀਫਾ ਲਿਖ ਦਿੱਤਾ। ਇੱਥੇ ਹੀ ਮੈਂ ਥਿੜਕ ਗਿਆ ਸਾਂ। ਸੋ ਇਸ ਤਰ੍ਹਾਂ ਲੇਖਕ ਨੂੰ ਇੱਦਾਂ ਲੱਗਦਾ ਕਿ ਉਹਨੂੰ ਆਪਣਾ ਪੱਖ ਰੱਖਣਾ ਚਾਹੀਦਾ ਸੀਗਾ ਅਤੇ ਇਸ ਤਰ੍ਹਾਂ ਨੌਕਰੀ ਨਹੀਂ ਛੱਡਣੀ ਚਾਹੀਦੀ ਸੀਗੀ। ਸੋ ਲੇਖਕ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਥਿੜਕਿਆ ਹੋਇਆ ਕਿਉਂਕਿ ਉਹ ਪਿੱਛੇ ਲਈ ਪਛਤਾਵਾ ਕਰ ਰਿਹਾ। ਕੀ ਕਹਿੰਦਾ, ਫਿਰ ਮੈਂ ਮਨ ਨੂੰ ਸੰਭਾਲਿਆ। ਜਦੋਂ ਪਿੱਛੇ ਪਰਤਣਾ ਹੀ ਨਹੀਂ ਤਾਂ ਪਿੱਛੇ ਝਾਕਣ ਦਾ ਕੀ ਫਾਇਦਾ। ਸੂਰਜ ਕਦੇ ਪਿੱਛੇ ਨਹੀਂ ਪਰਤਿਆ, ਨਾ ਹੀ ਦਰਿਆ ਲੰਘ ਗਏ ਪੱਤਣਾਂ ਵੱਲ ਝਾਕਦੇ ਨੇ। ਫਿਰ ਵੀ ਸਥਿਤੀ ਦਾ ਜਾਇਜ਼ਾ ਲੈਣ ਦਾ ਕੋਈ ਹਰਜ਼ ਨਹੀਂ ਤਾਂ ਜੋ ਕੋਈ ਗਲਤੀ ਮੁੜ ਦੁਹਰਾਈ ਨਾ ਜਾਵੇ। ਜ਼ਿੰਦਗੀ ਵਿੱਚ ਹਾਦਸੇ ਤਾਂ ਅਕਸਰ ਵਾਪਰਦੇ ਰਹਿੰਦੇ ਨੇ। ਸੋ ਲੇਖਕ ਇੱਥੇ ਆਸ਼ਾਵਾਦੀ ਗੱਲ ਰੱਖਦਾ। ਸੋ ਬੱਚਿਓ, ਸਾਨੂੰ ਸਿੱਖਣਾ ਵੀ ਚਾਹੀਦਾ। ਜ਼ਿੰਦਗੀ ਦੇ ਵਿੱਚ ਅਸੀਂ ਗਲਤੀ ਜ਼ਰੂਰ ਕਰਦੇ ਹਾਂ, ਪਰ ਉਸ ਗਲਤੀ 'ਤੇ ਇੱਕ ਵਾਰੀ ਝਾਤ ਮਾਰ ਲੈਣੀ ਚਾਹੀਦੀ ਹੈ ਤਾਂ ਜੋ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਉਹੋ ਜਿਹੀ ਕੋਈ ਵੀ ਗਲਤੀ ਨਾ ਕਰੀਏ। ਸੋ ਜ਼ਿੰਦਗੀ ਹਮੇਸ਼ਾ ਸਾਨੂੰ ਸਿਖਾਉਂਦੀ ਹੈ ਅਤੇ ਸਾਨੂੰ ਚੰਗੇ ਸਿਖਿਆਰਥੀ ਬਣਨਾ ਚਾਹੀਦਾ। ਕਹਿੰਦਾ, ਮੇਰੀ ਪਤਨੀ ਮੈਨੂੰ ਦਿੱਲੀ ਆਇਆ ਵੇਖ ਬੜੀ ਪ੍ਰਸੰਨ ਹੋਈ। ਜਦੋਂ ਉਹਨੇ ਵੇਖਿਆ ਕਿ ਮੈਂ ਸਮਾਨ ਸਮੇਤ ਪਰਤ ਆਇਆ ਹਾਂ ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪਠਾਨਕੋਟ ਨੌਕਰੀ ਕਰਦਿਆਂ 10 ਮਹੀਨੇ ਹੋ ਗਏ ਸਨ। ਇਹਨਾਂ 10 ਮਹੀਨਿਆਂ ਵਿੱਚੋਂ ਅੱਧੇ ਮਹੀਨੇ ਉਸ ਪੇਕੇ ਕੱਟੇ ਸਨ। ਮੈਂ ਆਪਣੀ ਸਾਰੀ ਤਨਖਾਹ ਭਾਬੀ ਜੀ ਦੇ ਨਾਂ ਭੇਜ ਦਿੰਦਾ ਸਾਂ। ਸਿਰਫ ਇੱਕ ਵਾਰ ਬੀਵੀ ਦੇ ਨਾਂ 20 ਰੁਪਏ ਦਾ ਮਨੀ ਆਰਡਰ ਭੇਜਿਆ ਸੀ ਜੋ ਉਸ ਵਾਪਸ ਪਰਤਾ ਦਿੱਤਾ ਸੀ। ਮੇਰੀ ਇਸ ਨੌਕਰੀ ਦਾ ਉਹਨੂੰ ਕੋਈ ਮਾਇਕ ਲਾਭ ਨਹੀਂ ਸੀ ਹੋ ਰਿਹਾ। ਸੋ ਮੇਰੇ ਦਿੱਲੀ ਪਰਤ ਆਉਣ 'ਤੇ ਉਹਦੇ ਚਿਹਰੇ 'ਤੇ ਇੱਕ ਲਾਲੀ ਜਿਹੀ ਖਿੰਡ ਗਈ। ਸੋ ਪਤਨੀ ਖੁਸ਼ ਨਹੀਂ ਸੀਗੀ ਉਹਦੀ ਨੌਕਰੀ ਤੋਂ, ਇਸ ਕਰਕੇ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਪਤਨੀ ਬਹੁਤ ਖੁਸ਼ ਹੁੰਦੀ ਹੈ। ਪਰ ਭਾਬੀ ਜੀ ਮੈਨੂੰ ਆਇਆ ਵੇਖ ਕੇ ਉਦਾਸ ਹੋ ਗਏ। ਉਹਨਾਂ ਨੂੰ ਤਜਰਬਾ ਸੀ ਕਿ ਨੌਕਰੀ ਛੱਡਣ ਵਿੱਚ ਮੈਂ ਜਿਤਨੀ ਕਾਹਲੀ ਕਰਦਾ ਹਾਂ ਉਤਨੀ ਹੀ ਸਹਿਕ ਕੇ ਮੁੜ ਮੈਨੂੰ ਨੌਕਰੀ ਮਿਲਦੀ ਹੈ। ਜਦੋਂ ਮੈਂ ਸਾਰੀ ਵਿਥਿਆ ਸੁਣਾਈ ਤਾਂ ਉਹ ਖਿਝ ਕੇ ਕਹਿਣ ਲੱਗੇ, ਨੌਕਰੀ ਕਰਨੀ ਤਾਂ ਕਾਹਦਾ ਨਖਰਾ। ਫਿਰ ਉਹ ਗੁੱਸੇ ਵਿੱਚ ਭਖਦੇ ਹੋਏ ਕਹਿਣ ਲੱਗੇ, ਤੇਰੇ ਵਾਸਤੇ ਇੱਥੇ ਕਿਹੜਾ ਕੰਮ ਪਿਆ, ਅੱਗੇ ਥੋੜ੍ਹੇ ਧੱਕੇ ਖਾਧੇ ਨਹੀਂ। ਸੋ ਭਾਬੀ ਇਸ ਕਰਕੇ ਗੁੱਸੇ ਹੁੰਦੀ ਹੈ ਕਿਉਂਕਿ ਘਰ ਦੇ ਹਾਲਾਤ ਇਜਾਜ਼ਤ ਨਹੀਂ ਦਿੰਦੇ ਕਿ ਉਹ ਬਾਰ ਬਾਰ ਇਸ ਤਰ੍ਹਾਂ ਨੌਕਰੀ ਛੱਡੇ ਅਤੇ ਇਹ ਨੌਕਰੀ ਪਰਿਵਾਰ ਦੇ ਅਨੁਸਾਰ ਸਹੀ ਸੀਗੀ ਜਿਸ ਨੂੰ ਲੇਖਕ ਨੇ ਛੱਡ ਕੇ ਗਲਤੀ ਕੀਤੀ ਹੈ। ਮੈਂ ਫਿਰ ਨੌਕਰੀ ਦੀ ਤਲਾਸ਼ ਵਿੱਚ ਦਿੱਲੀ ਦੀਆਂ ਸੜਕਾਂ ਕੱਛਣ ਲੱਗਾ। ਉਹ ਬੇਰਹਿਮ ਦਿੱਲੀ ਅਤੇ ਉਹ ਭੁੱਖੜ ਮੈਂ। ਇੱਥੇ ਵਾਕਫੀ ਜਾਂ ਰਿਸ਼ਵਤ ਬਗੈਰ ਕੋਈ ਕਿਸੇ ਨੂੰ ਪਛਾਣਦਾ ਨਹੀਂ ਸੀ। ਹਰ ਰੋਜ਼ ਸਵੇਰੇ ਘਰੋਂ ਨਿਕਲ ਤੁਰਦਾ ਅਤੇ ਸ਼ਾਮ ਨੂੰ ਡੁੱਬਦੇ ਸੂਰਜ ਨਾਲ ਥੱਕਿਆ ਹੋਇਆ ਪਰਤ ਆਉਂਦਾ। ਇੱਕ ਹਨੇਰਾ ਮੇਰੇ ਅੱਗੇ ਸੀ, ਇੱਕ ਹਨੇਰਾ ਮੇਰੇ ਚਾਰ ਚੁਫੇਰੇ ਅਤੇ ਇੱਕ ਮੇਰੇ ਅੰਦਰ। ਸੋ ਰਿਸ਼ਵਤ ਅੱਜ ਵੀ ਚੱਲਦੀ ਹੈ। ਉਹ ਸਾਨੂੰ ਪਤਾ ਹੈ ਕਿ ਸਾਡੇ ਭਾਰਤ ਦੀ ਤਾਂ ਇੱਕ ਤਰ੍ਹਾਂ ਨਾਲ ਤਰਾਸਦੀ ਹੈ। 2-3 ਮਹੀਨੇ ਇਉਂ ਧੱਕੇ ਖਾਂਦਿਆਂ ਗੁਜ਼ਰ ਗਏ। ਮੇਰੇ ਛੋਟੇ ਭਰਾ ਸਵਰਨ ਸਿੰਘ ਨੂੰ ਅੰਬਾਲਾ ਛਾਉਣੀ ਵਿੱਚ ਡਾਕਖਾਨੇ ਵਿੱਚ ਨੌਕਰੀ ਮਿਲ ਗਈ। ਉਹ ਪਠਾਨਕੋਟ ਤੋਂ ਅੰਬਾਲੇ ਆ ਗਿਆ। ਮੈਨੂੰ ਕੰਪਨੀ ਦੇ ਮੇਜਰ ਸਾਹਿਬ ਨੇ ਫਿਰ ਸੁਨੇਹਾ ਭੇਜਿਆ ਕਿ ਜੇ ਮੈਂ ਚਾਹਾਂ ਤਾਂ ਕੰਪਨੀ ਵਿੱਚ ਭਰਾ ਦੀ ਖਾਲੀ ਜਗ੍ਹਾ ਕੰਮ ਕਰ ਸਕਦਾ ਹਾਂ।
ਮੈਂ ਇਤਨੀ ਛੇਤੀ ਹਾਰ ਨਹੀਂ ਸੀ ਮੰਨਣ ਵਾਲਾ। ਮੈਂ ਇਨਕਾਰ ਕਰ ਦਿੱਤਾ। ਭਾਬੀ ਜੀ ਅੰਬਾਲੇ ਸਵਰਨ ਸਿੰਘ ਕੋਲ ਚਲੇ ਗਏ। ਮੈਂ ਇੱਕ ਤਰ੍ਹਾਂ ਨਾਲ ਵੱਖਰਾ ਹੋ ਗਿਆ। ਸਾਂਝੀ ਟੱਬਰਦਾਰੀ ਪਹਿਲੀ ਵਾਰ ਝੜਕੀ। ਸਾਂਝੀ ਟੱਬਰਦਾਰੀ ਵਿੱਚ ਜੇ ਮੇਰਾ ਕੰਮ ਧੰਦਾ ਨਾ ਵੀ ਹੁੰਦਾ ਤਾਂ ਵੀ ਰੋਟੀ ਮਿਲ ਹੀ ਜਾਂਦੀ ਸੀ। ਹੁਣ ਤਾਂ ਜੇ ਮੈਂ ਵਿਹਲਾ ਰਹਾਂਗਾ ਤਾਂ ਆਪਣੇ ਬੀਵੀ ਅਤੇ 2 ਬੱਚਿਆਂ ਨੂੰ ਰੋਟੀ ਕਿੱਥੋਂ ਖਵਾਵਾਂਗਾ। ਸੋ ਸਭ ਪਹਿਲਾਂ ਲੇਖਕ ਆਪਣੇ ਸਾਂਝੇ ਟੱਬਰ ਦੇ ਵਿੱਚ ਰਿਹਾ, ਇਸ ਕਰਕੇ ਉਹਨੂੰ ਰੋਟੀ ਦੀ ਘੱਟੋ ਘੱਟ ਫਿਕਰ ਨਹੀਂ ਸੀਗੀ, ਜੋ ਕਿ ਹੁਣ ਉਹਦੇ ਸਿਰ ਦੇ ਉੱਤੇ ਪੈ ਗਈ ਹੈ। ਅਤੇ ਫਿਰ ਅਸੀਂ ਘਰ ਦੀਆਂ ਚੀਜ਼ਾਂ ਵੇਚ ਕੇ ਗੁਜ਼ਾਰਾ ਕਰਨ ਲੱਗੇ। ਪੇਟ ਦੀ ਭੁੱਖ ਤਾਂ ਕਿਸੇ ਤਰ੍ਹਾਂ ਮਿਟਾਉਣੀ ਹੀ ਪੈਣੀ ਸੀ। ਕਦੇ ਪਿੱਤਲ ਅਤੇ ਕਾਂਸੀ ਦੇ ਮਹਿੰਗੇ ਭਾਂਡੇ ਵੇਚ ਕੇ ਅਤੇ ਕਦੇ ਦਾਜ ਵਰੀ ਦੇ ਕੱਪੜਿਆਂ ਨਾਲੋਂ ਗੋਟਾ ਕਿਨਾਰੀ ਉਤਾਰ ਕੇ ਵੇਚਣਾ। ਇੱਕ ਜ਼ਰੀ ਦਾ ਸੂਟ ਵੇਚਿਆ ਤਾਂ ਮਹੀਨੇ ਭਰ ਦੀ ਰੋਟੀ ਨਿਕਲ ਆਈ। ਆਖਿਰ ਅਸਾਂ ਖਾਣਾ ਵੀ ਕੀ ਹੁੰਦਾ ਸੀ। ਸਵੇਰੇ ਚਾਹ ਨਾਲ ਰੋਟੀ ਖਾ ਲੈਣੀ, ਸ਼ਾਮ ਨੂੰ ਥੋੜ੍ਹੀ ਜਿਹੀ ਦਾਲ ਰਿੰਨ ਲੈਣੀ। ਜੇ ਬਚ ਗਈ ਤਾਂ ਸਵੇਰ ਦਾ ਡੰਗ ਭੁਗਤਾ ਲੈਣਾ। ਥੋੜ੍ਹਾ ਜਿਹਾ ਬੱਚਿਆਂ ਲਈ ਦੁੱਧ ਚਾਹੀਦਾ ਸੀ, ਉਹ ਹਲਵਾਈ ਦੀ ਦੁਕਾਨ ਤੋਂ ਉਧਾਰ ਮਿਲ ਜਾਂਦਾ। ਸਾਖ ਮਾੜੀ ਨਹੀਂ ਸੀ। ਜੇ ਕੋਈ ਹੋਰ ਰਾਹ ਨਾ ਦਿਸਦਾ ਤਾਂ ਕਿਸੇ ਰਿਸ਼ਤੇਦਾਰ ਤੋਂ ਕਰਜ਼ਾ ਮੰਗ ਲੈਣਾ। ਬੜੀ ਅਜੀਬ ਸਥਿਤੀ ਵਿੱਚੋਂ ਲੰਘ ਰਹੇ ਸਾਂ। ਇੱਕ ਵਾਰ ਸ਼ਾਮੀ ਦਾਲ ਚਾੜ੍ਹਨੀ ਸੀ, ਘਰ ਨਿਮਕ ਨਹੀਂ ਸੀ। ਨਿਮਕ ਲਿਆਉਣ ਵਾਸਤੇ 2 ਪੈਸੇ ਕਿੱਥੋਂ ਲਿਆਈਏ। ਸਾਰਾ ਘਰ ਫੋਲ ਮਾਰਿਆ। ਕਹਿੰਦੇ ਨੇ ਵੱਡੇ ਘਰਾਂ ਦੀਆਂ ਘੜੋਲੀਆਂ ਵੀ ਮਾਣ ਨਹੀਂ। ਟਰੰਕ ਉਲਟਾਇਆ ਤਾਂ ਵਿੱਚੋਂ ਇੱਕ ਚੁਆਨੀ ਨਿਕਲੀ ਜੋ ਭੁਆਂਟੀਆਂ ਖਾਂਦੀ ਦੂਰ ਜਾ ਪਈ। ਸਾਡੇ ਦੋਹਾਂ ਦੀਆਂ ਅੱਖਾਂ ਬਲੌਰੀ ਕੱਚ ਵਾਂਗ ਚਮਕਣ ਲੱਗੀਆਂ, ਜਿਵੇਂ ਸੋਨੇ ਦੀ ਮੋਹਰ ਹੱਥ ਲੱਗ ਗਈ ਹੋਵੇ। ਪਰ ਜਦੋਂ ਧਿਆਨ ਨਾਲ ਵੇਖਿਆ ਤਾਂ ਉਹ ਚੁਆਨੀ ਖੋਟੀ ਸੀ। ਬੱਚਿਓ, ਖੋਟੇ ਪੈਸਿਆਂ ਬਾਰੇ ਵੀ ਤੁਸੀਂ ਸੁਣਿਆ ਹੋਵੇਗਾ। ਖੋਟੇ ਪੈਸੇ ਪਹਿਲਾਂ ਚੱਲਦੇ ਹੁੰਦੇ ਸੀਗੇ, ਪਰ ਹੁਣ ਉਹ ਚੱਲਦੇ ਨਹੀਂ ਹੈ। ਕੋਈ ਡਰ ਨਹੀਂ, ਇਸੇ ਨੂੰ ਅੱਜ ਚਲਾਉਂਦੇ ਹਾਂ। ਮੈਂ ਚੁਆਨੀ ਫੜ ਲਈ ਅਤੇ ਪੰਸਾਰੀ ਦੀ ਹੱਟੀ ਤੋਂ ਟਕੇ ਦਾ ਲੂਣ ਲੈਣ ਗਿਆ। ਦੁਕਾਨ ਸਾਡੀ ਬਿਲਡਿੰਗ ਵਿੱਚ ਹੀ ਸੜਕ ਵਾਲੇ ਪਾਸੇ ਸੀ। ਉਸ ਦੁਕਾਨ 'ਤੇ ਕਦੇ ਕੋਈ ਬੱਚਾ ਜਾਂ ਜਵਾਨ ਬੈਠਾ ਹੁੰਦਾ, ਕਦੇ ਇੱਕ ਬੁੱਢਾ। ਬੁੱਢੇ ਨੂੰ ਘੱਟ ਦਿਖਾਈ ਦਿੰਦਾ ਸੀ। ਮੈਂ ਦੁਕਾਨ 'ਤੇ ਗਿਆ। ਬੁੱਢੇ ਦਾ ਜਵਾਨ ਪੁੱਤਰ ਬੈਠਾ ਵੇਖ ਪਰਤ ਆਇਆ। ਅੱਧੇ ਪੌਣੇ ਘੰਟੇ ਬਾਅਦ ਬੁੱਢਾ ਹੱਟੀ 'ਤੇ ਜਾ ਬੈਠਾ। ਮੈਂ ਖੁਸ਼ੀ ਨਾਲ ਭੁੜਕਦਾ ਹੋਇਆ ਗਿਆ। ਪਰ ਪੌਣੇ ਘੰਟੇ ਬਾਅਦ ਪਰ ਉਸ ਬੁੱਢੇ ਜ਼ਰੀਫ ਅੱਗੇ ਖੋਟੀ ਚੁਆਨੀ ਚਲਾਉਣ ਦੀ ਹਿੰਮਤ ਨਾ ਪਈ, ਕਿਉਂਕਿ ਇਹ ਕੰਮ ਤਾਂ ਗਲਤ ਹੈ, ਕਿਸੇ ਨੂੰ ਇਸ ਤਰ੍ਹਾਂ ਚਲਾਕੀ ਦੇ ਨਾਲ ਲੁੱਟਣਾ। ਸੋ ਲੇਖਕ ਦੇ ਵਿੱਚ ਹਿੰਮਤ ਨਹੀਂ ਪੈਂਦੀ ਕਿ ਉਹ ਜਾਵੇ। ਮੇਰੇ ਤੋਂ ਇਹ ਨਹੀਂ ਹੋਣਾ। ਮੈਂ ਵਾਪਿਸ ਆ ਕੇ ਬੀਬੀ ਨੂੰ ਚੁਆਨੀ ਦਿੰਦੇ ਹੋਏ ਕਿਹਾ, ਤੂੰ ਖੁਦ ਜਾ ਕੇ ਟਕੇ ਦਾ ਲੂਣ ਲਿਆ। ਪਰ ਉਸ ਦੀ ਵੀ ਛਲ ਕਰਨ ਦੀ ਹਿੰਮਤ ਨਾ ਪਈ। ਅਖੀਰ ਮਜਬੂਰ ਹੋ ਕੇ ਜਾਣਾ ਹੀ ਪਿਆ, ਕਿਉਂਕਿ ਭੁੱਖ ਅੱਗੇ ਬੰਦੇ ਦਾ ਜ਼ੋਰ ਨਹੀਂ ਚੱਲਦਾ। ਬੁੱਢੇ ਨੇ ਟਕੇ ਦਾ ਲੂਣ ਦਿੱਤਾ ਅਤੇ ਬਾਕੀ 3.5 ਆਨੇ ਮੋੜ ਦਿੱਤੇ। ਇਹ 3.5 ਆਨੇ ਸਾਡੇ ਵਾਸਤੇ 3.5 ਰੁਪਏ ਦੇ ਬਰਾਬਰ ਸਨ। ਅੱਜ ਦੇ ਦਿਨ ਅਸੀਂ ਰਾਜੇ ਸਾਂ। ਗਲੀ ਵਿੱਚੋਂ ਕੋਈ ਛਾਬੜੀ ਵਾਲਾ ਲੰਘਿਆ, ਟਕੇ ਦੀ ਚੀਜ਼ ਲੈ ਕੇ ਮੈਂ ਦੋਹਾਂ ਬੱਚਿਆਂ ਨੂੰ ਵਰਚਾ ਲਿਆ। ਲੂਣ ਦੀ ਪੁੜੀ ਅਜੇ ਲੂਣਕੀ ਦੇ ਕੋਲ ਹੀ ਪਈ ਸੀ, ਬੰਦ ਦੀ ਬੰਦ। ਬੁੱਢਾ ਹਟਵਾਣੀਆਂ ਦੌੜਦਾ ਅਤੇ ਹਫਦਾ ਵਿਹੜੇ ਵਿੱਚ ਆ ਖਲੋਤਾ। ਖੋਟੀ ਚੁਆਨੀ ਥਮਾ ਆਈਏ, ਉਸਨੇ ਬੜੀ ਬੇਰੁਖੀ ਨਾਲ ਕਿਹਾ। ਲਿਆਓ ਮੇਰਾ ਲੂਣ। ਫਿਰ ਉਸ ਖੁਦ ਹੀ ਲੂਣਕੀ ਕੋਲ ਪਈ ਬੰਦ ਪੁੜੀ ਝਟਕੇ ਨਾਲ ਚੁੱਕ ਲਈ ਅਤੇ ਗੁੱਸੇ ਨਾਲ ਚੁਆਨੀ ਵਗਾ ਕੇ ਉਹ ਗਿਆ। ਬੁੱਢੇ ਨੂੰ ਵੇਖ ਕੇ ਸਾਡਾ ਉੱਪਰਲਾ ਸਾਹ ਉੱਪਰ ਅਤੇ ਹੇਠਲਾ ਹੇਠਾਂ ਰਹਿ ਗਿਆ, ਕਿਉਂ ਜੋ 3.5 ਆਨਿਆਂ ਵਿੱਚੋਂ ਅਸਾਂ 2 ਪੈਸੇ ਖਰਚ ਛੱਡੇ ਸਨ। ਉਹ ਕਿੱਥੋਂ ਮੋੜਾਂਗੇ। ਸਾਡੀ ਪੱਤ ਰਹਿ ਗਈ। ਬੁੱਢੇ ਦੇ ਮਨ ਵਿੱਚ ਹੀ ਨਾ ਆਇਆ ਕਿ 3.5 ਆਨੇ ਵੀ ਵਾਪਸ ਲੈਣੇ ਨੇ। ਉਹ ਗਿਆ ਤਾਂ ਜਾਨ ਵਿੱਚ ਜਾਨ ਆਈ। ਮੈਂ ਅਤੇ ਮੇਰੀ ਪਤਨੀ ਇੱਕ ਦੂਜੇ ਵੱਲ ਵੇਖ ਕੇ ਮੁਸਕਰਾ ਪਏ। ਜਦੋਂ ਕਿਧਰੇ ਪੈਸੇ ਆਏ, ਇਹ 3.5 ਆਨੇ ਬੁੱਢੇ ਨੂੰ ਮੋੜ ਆਈ। ਮੈਂ ਸਾਊ ਬਣਦੇ ਹੋਏ ਬੀਬੀ ਨੂੰ ਕਿਹਾ, ਕਈ ਮਹੀਨਿਆਂ ਤੋਂ ਬੇਰੁਜ਼ਗਾਰ ਹੋਣ ਕਰਕੇ ਭੁੱਖ ਨੰਗ ਸਾਡੇ ਹੱਡਾਂ ਵਿੱਚ ਰਚ ਗਈ ਸੀ। ਕੋਈ ਆਸ ਦਾ ਤਾਰਾ ਨਹੀਂ ਸੀ ਦਿਸਦਾ। ਜੀਵਨ ਮੱਸਿਆ ਦੀ ਰਾਤ ਵਾਂਗ ਸੀ, ਜਿਸ ਵਿੱਚ ਬੱਦਲਾਂ ਨੇ ਫੈਲ ਕੇ ਸਾਰੇ ਤਾਰੇ ਛੁਪਾ ਲਏ ਸਨ। ਕਦੇ ਕਦੇ ਬੱਦਲਾਂ ਵਿੱਚੋਂ ਬਿਜਲੀ ਲਿਸ਼ਕਦੀ ਤਾਂ ਕੋਈ ਰੌਸ਼ਨੀ ਦੀ ਧਰਵਾਸ ਵੱਜਦੀ। ਇਨ੍ਹੀਂ ਦਿਨੀਂ ਮੇਰੀ ਬੱਚੀ ਗੁੱਡੀ ਬਿਮਾਰ ਪੈ ਗਈ। ਟੱਟੀਆਂ ਬੰਦ ਹੋਣ ਵਿੱਚ ਨਹੀਂ ਸਨ ਆਉਂਦੀਆਂ। ਇਲਾਜ ਜੋਗੇ ਪੈਸੇ ਕਿੱਥੇ। ਨੇੜੇ ਦੇ ਇੱਕ ਖੈਰਾਇਤੀ ਦਵਾਖਾਨੇ ਤੋਂ ਦਵਾਈ ਲੈਂਦੇ ਰਹੇ, ਪਰ ਫਰਕ ਨਾ ਪਿਆ। ਸਾਰਾ ਦਿਨ ਭੂਕਣੇ ਛੁੱਟੇ ਰਹਿੰਦੇ। ਬੱਚੀ ਦਾ ਚਿਹਰਾ ਮੂਸ ਗਿਆ, ਜਿਸਮ ਸੁੱਕਣ ਲੱਗਾ। ਸਾਰਾ ਦਿਨ ਰੀਂ ਕਰਦੀ ਰਹਿੰਦੀ। ਮੱਖੀਆਂ ਉਹਦੇ ਦੁਆਲੇ ਭਿਣਕਦੀਆਂ ਰਹਿੰਦੀਆਂ। ਨਾ ਕੁਝ ਖਾਂਦੀ ਨਾ ਪੀਂਦੀ, ਜਿੱਥੇ ਪੈ ਜਾਂਦੀ ਪਈ ਰਹਿੰਦੀ। ਕਿਸੇ ਕਿਹਾ, ਡਾਕਟਰ ਮੋਂਗੇ ਨੂੰ ਵਿਖਾਓ, ਉਹਦੇ ਹੱਥ ਵਿੱਚ ਬੜੀ ਬਰਕਤ ਹੈ। ਪਰ ਉਹ ਤਾਂ ਛਿੱਲ ਉਤਾਰਦਾ ਸੀ। ਇਤਨੇ ਪੈਸੇ ਕਿੱਥੋਂ ਲਿਆਂਦੇ। ਉਧਾਰ ਮੰਗ ਕੇ ਖੁਦ ਤੰਗ ਪੈ ਗਏ ਸਾਂ। ਇੱਕ ਗੁਆਂਢੀ ਨੇ ਸਲਾਹ ਦਿੱਤੀ ਕਿ ਇਸ ਨੂੰ
ਇਰਵਨ ਹਸਪਤਾਲ ਲੈ ਜਾਓ। ਇਹ ਹਸਪਤਾਲ ਘਰ ਦੇ ਨੇੜੇ ਹੀ ਸੀ, ਪਰ ਇਰਵਨ ਹਸਪਤਾਲ ਵੱਲ ਮੂੰਹ ਕਰਨ ਤੋਂ ਚਿੱਤ ਨਹੀਂ ਸੀ ਕਰਦਾ। ਇੱਕ ਵਾਰ ਪਹਿਲਾਂ ਪਤਲੁਹਾ ਆਇਆ ਸਾਂ। ਮੈਂ ਆਪਣੇ ਬਿਮਾਰ ਬੱਚੇ ਨੂੰ ਵਿਖਾਉਣ ਵਾਸਤੇ ਲੈ ਗਿਆ ਸਾਂ। ਲੰਮੀਆਂ ਕਤਾਰਾਂ। ਜਦੋਂ ਵਾਰੀ ਆਈ ਤਾਂ ਡਾਕਟਰ ਨੇ ਪਰਚੀ ਕੱਟਣ ਤੋਂ ਪਹਿਲਾਂ ਰੈੱਡ ਕਰਾਸ ਦੀਆਂ 2 ਟਿਕਟਾਂ ਮੈਨੂੰ ਥਮਾਉਂਦੇ ਹੋਏ ਕਿਹਾ, 2 ਆਨੇ ਲਿਆਓ। ਕਾਹਦੇ? ਇਰਵਨ ਹਸਪਤਾਲ ਤਾਂ ਖੈਰਾਇਤੀ ਹੈ, ਮਤਲਬ ਦਾਨ 'ਤੇ ਚੱਲਦਾ। ਇਹਨਾਂ ਟਿਕਟਾਂ ਦੇ ਰੈੱਡ ਕਰਾਸ ਲਈ ਚੰਦਾ ਇਕੱਠਾ ਕਰਨਾ ਹੈ। ਪਰ ਮੇਰੇ ਕੋਲ ਤਾਂ ਦਵਾਨੀ ਨਹੀਂ, ਮੈਂ ਜੇਬ ਵਿੱਚ ਹੱਥ ਮਾਰਦਿਆਂ ਕਿਹਾ। ਫਿਰ ਜਦੋਂ ਦਵਾਨੀ ਹੋਈ ਉਦੋਂ ਆ ਜਾਣਾ। ਦੁੰਬੇ ਵਾਂਗ ਪਏ ਮੋਟੇ ਡਾਕਟਰ ਨੇ ਮੇਰਾ ਮਜ਼ਾਕ ਉਡਾਉਂਦਿਆਂ ਕਿਹਾ। ਮੈਂ ਆਪਣੇ ਬੱਚੇ ਸਾਹਮਣੇ ਸ਼ਰਮਸਾਰ ਹੋ ਗਿਆ। ਮੈਂ ਇੱਕ ਵਾਰ ਫਿਰ ਬੇਵਸੀ ਪ੍ਰਗਟਾਈ, ਪਰ ਲੱਗਾ ਉਸ ਡਾਕਟਰ ਦੇ ਕੰਨ ਜਿਵੇਂ ਹੋਣ ਹੀ ਨਾ। ਮੈਂ ਜ਼ਰਾ ਪਰੇ ਖਲੋ ਕੇ ਵੇਖਦਾ ਰਿਹਾ। ਕਈ ਹੋਰ ਮਰੀਜ਼ਾਂ ਦਾ ਵੀ ਇਹੋ ਹਸ਼ਰ ਹੋਇਆ। ਵਾਰੀ ਰੈੱਡ ਕਰਾਸ। ਮੈਂ ਵਿਅੰਗ ਨਾਲ ਮੁਸਕਰਾਉਂਦਿਆਂ ਅਤੇ ਡਾਕਟਰ ਨੂੰ ਸੁਣਾਉਂਦਿਆਂ ਕਿਹਾ, ਤੂੰ ਗਰੀਬਾਂ ਦੇ ਲਹੂ 'ਤੇ ਪਲਦੀ ਏਂ? ਇਹ ਮੈਨੂੰ ਅੱਜ ਹੀ ਪਤਾ ਲੱਗਾ। ਅਤੇ ਮੈਂ ਬਿਨਾਂ ਦਵਾਈ ਲਈ ਦੇ ਬਿਮਾਰ ਬੱਚੇ ਨਾਲ ਘਰ ਪਰਤ ਆਇਆ। ਮੁੜ ਮੈਂ ਇਰਬਨ ਹਸਪਤਾਲ ਵੱਲ ਕਦੇ ਮੂੰਹ ਨਾ ਕੀਤਾ। ਰੈੱਡ ਕਰਾਸ ਦਾ ਜਿੱਥੇ ਨਿਸ਼ਾਨ ਵੇਖਦਾ, ਮੈਨੂੰ ਦਵਾਨੀ ਵਾਲੀ ਘਟਨਾ ਯਾਦ ਆ ਜਾਂਦੀ। ਅਗਲੇ ਦਿਨ ਕੁੜੀ ਦੀ ਹਾਲਤ ਨਾਜ਼ੁਕ ਹੋ ਗਈ। ਦਵਾਈ ਖੁਣੋਂ ਉਹ ਬੇਜ਼ਾਰ, ਪੈਸੇ ਖੁਣੋਂ ਅਸੀਂ ਮਜਬੂਰ। ਕੁੜੀ ਤਾਂ ਹੱਥੋਂ ਜਾ ਰਹੀ ਹੈ। ਮੇਰੀ ਬੀਵੀ ਨੇ ਨਿਰਾਸ਼ ਹੋ ਕੇ ਕਿਹਾ, ਤੈਨੂੰ ਮੁਸਕਰਾਉਣਾ ਚਾਹੀਦਾ, ਤੇਰੀ ਬੱਚੀ ਕੁਰਬਾਨ ਹੋ ਰਹੀ ਹੈ। ਇਹ ਭੁੱਖ ਨੰਗ ਤਾਂ ਸਾਨੂੰ ਆਜ਼ਾਦੀ ਦੀ ਸੁਗਾਤ ਵਜੋਂ ਮਿਲੀ ਹੈ। ਮੈਂ ਵਿਅੰਗ ਨਾਲ ਕਿਹਾ, ਪੰਡਿਤ ਨਹਿਰੂ ਨੇ ਆਖਿਆ ਸੀ ਕਿ ਆਉਣ ਵਾਲੀਆਂ ਨਸਲਾਂ ਦੇ ਸੁੱਖ ਆਰਾਮ ਲਈ ਅਜੋਕੀ ਪੀੜ੍ਹੀ ਨੂੰ ਕੁਰਬਾਨੀ ਦੇਣੀ ਪਏਗੀ। ਸੋ ਬੱਚਿਓ, ਇਹ ਇੱਕ ਵਿਅੰਗ ਹੈ ਉਸ ਸਮੇਂ ਦੇ ਉੱਤੇ, ਕਿਉਂਕਿ ਆਜ਼ਾਦੀ ਤੋਂ ਪਹਿਲਾਂ ਲੇਖਕ ਦੇ ਜੀਵਨ ਬਾਰੇ ਆਪਾਂ ਜਾਣਿਆ ਕਿ ਉਹ ਚੰਗੇ ਪਰਿਵਾਰ ਦੇ ਵਿੱਚ ਸੀਗੇ। ਉਹਨਾਂ ਦੇ ਘਰ ਦੇ ਵਿੱਚ ਗਰੀਬੀ ਇਸ ਤਰ੍ਹਾਂ ਕੁੱਦ ਨਹੀਂ ਰਹੀ ਸੀਗੀ। ਪਰ ਹੁਣ ਜਦੋਂ ਦੇ ਉਹ ਭਾਰਤ ਵਾਲੇ ਪਾਸੇ ਆਜ਼ਾਦੀ ਤੋਂ ਬਾਅਦ ਆਏ ਸੀਗੇ ਤਾਂ ਉਹਨਾਂ ਲਈ ਇਹ ਆਜ਼ਾਦੀ ਨਹੀਂ ਸੀ, ਸਗੋਂ ਗਰੀਬੀ ਅਤੇ ਭੁੱਖ ਨੰਗ ਸੀ। ਬੱਚੀ ਫਰਸ਼ ਉੱਤੇ ਮੁੱਧੀ ਪਈ ਸੀ, ਕਦੇ ਰੀਂ ਕਰਦੀ, ਸਿਰ ਚੁੱਕਦੀ, ਫਿਰ ਸੁੱਟ ਦਿੰਦੀ, ਨਿਸੱਤੀ, ਬੇਜਾਨ। ਇਹਨੇ ਸ਼ਾਮ ਨਹੀਂ ਕੱਢਣੀ। ਬੀਬੀ ਨਿਰਾਸ਼ਤਾ ਦੀ ਮੂਰਤ ਬਣੀ ਹੋਈ ਕਹਿੰਦੀ, ਹਾਏ ਮੇਰੀ ਆਂਦਰ। ਹੁਣ ਸਾਨੂੰ ਇੱਕ ਨਵੀਂ ਚਿੰਤਾ ਨੇ ਆ ਘੇਰਿਆ। ਜੇ ਬੱਚੀ ਮਰ ਗਈ ਤਾਂ ਇਹਦੇ ਲਈ ਖੱਫਣ ਅਤੇ ਕੱਪੜਾ ਅਤੇ ਲੱਕੜਾਂ 100 ਹੋਰ ਖਰਚੇ ਨੇ। ਪੈਸੇ ਕਿੱਥੋਂ ਆਉਣਗੇ? ਇੱਥੇ ਤਾਂ ਮੌਤ ਵੀ ਸਸਤੀ ਨਹੀਂ। ਸੋ ਗਰੀਬੀ ਇੰਨੀ ਜ਼ਿਆਦਾ ਹੈ ਕਿ ਬੱਚੇ ਦੇ ਖੱਫਣ ਦੇ ਲਈ ਵੀ ਪਰਿਵਾਰ ਜਿਹੜਾ ਉਹ ਫਿਕਰ ਦੇ ਵਿੱਚ ਹੈ। ਇੱਕ ਪੁਰਾਣਾ ਫਰਾਕ ਅੰਦਰ ਪਿਆ, ਨਵੇਂ ਵਰਗਾ ਲੱਗਦਾ, ਉਹੀ ਪਾ ਦਿਆਂਗੀ। ਖੱਫਣ ਤਾਂ ਨਵਾਂ ਹੁੰਦਾ। ਜੇ ਨਵੇਂ ਖੱਫਣ ਜੋਗੇ ਪੈਸੇ ਹੁੰਦੇ ਤਾਂ ਚੰਗਾ ਇਲਾਜ ਕਰਵਾ ਕੇ ਬਚਾ ਨਾ ਲੈਂਦੇ। ਵੇਖੀਏ ਰੱਬ ਦੀ ਕੀ ਰਜ਼ਾ ਹੈ। ਅਖੀਰ ਡੋਰੀ ਰੱਬ 'ਤੇ ਸੁੱਟ ਦਿੱਤੀ। ਇਸ ਤਰ੍ਹਾਂ ਸੰਸ਼ਿਆਂ ਵਿੱਚ ਡੁੱਬੇ ਅਸੀਂ ਦੋਵੇਂ ਨਿਰਾਸ਼ ਪੱਥਰ ਬਣ ਬੈਠੇ ਸਾਂ, ਇੱਕ ਦੂਜੇ ਵੱਲ ਵੇਖ ਕੇ ਝੂਰਦੇ, ਆਪਣੇ ਆਪ 'ਤੇ ਸ਼ਰਮਸਾਰ। ਨਾ ਰੋਟੀ ਪੱਕੀ, ਨਾ ਕਿਸੇ ਖਾਧੀ, ਪਰ ਹਰ ਪਲ ਤੌਖਲਾ। ਫਿਰ ਬੱਚੀ ਨੇ ਸਿਰ ਸੁੱਟ ਦਿੱਤਾ। ਉਸ ਵਿੱਚ ਸਿਰ ਚੁੱਕਣ ਦਾ ਸਾਹਸ ਨਹੀਂ ਸੀ ਰਿਹਾ। ਇਹ ਤਾਂ ਗਈ, ਨਹੀਂ ਸਾਹ ਆ ਰਿਹਾ। ਅਤੇ ਅੱਧਾ ਪੌਣਾ ਘੰਟਾ ਉਸੇ ਤਰ੍ਹਾਂ ਪਈ ਰਹੀ। ਨਾ ਉਹ ਮਰੀ ਲੱਗਦੀ ਸੀ ਅਤੇ ਨਾ ਜਿਉਂਦੀ, ਨਾ ਸੁੱਤੀ ਲੱਗਦੀ ਅਤੇ ਨਾ ਜਾਗਦੀ। ਫਿਰ ਉਹ ਇੱਕਦਮ ਇੰਝ ਉੱਠ ਬੈਠੀ ਜਿਵੇਂ ਗੂੜ੍ਹੀ ਨੀਂਦ ਵਿੱਚੋਂ ਜਾਗ ਪਈ ਹੋਵੇ। ਉਸਨੇ ਪਾਣੀ ਮੰਗਿਆ। ਅਜੇ ਇਹਦਾ ਦਾਣਾ ਪਾਣੀ ਮੁੱਕਾ ਨਹੀਂ। ਮਾਂ ਨੇ ਕਟੋਰੇ ਵਿੱਚੋਂ ਪਾਣੀ ਪਾ ਕੇ ਦਿੱਤਾ। ਉਹ ਗਟ-ਗਟ ਕਰਕੇ ਇਉਂ ਪੀ ਗਈ ਜਿਵੇਂ ਕਈ ਜਨਮਾਂ ਦੀ ਪਿਆਸੀ ਹੋਵੇ। ਉਸ ਹੋਰ ਮੰਗਿਆ। ਪਾਣੀ ਪੀਣ ਮਗਰੋਂ ਉਸ ਸਾਡੇ ਵੱਲ ਇਉਂ ਵੇਖਿਆ ਜਿਵੇਂ ਪਛਾਣ ਰਹੀ ਹੋਵੇ। ਫਿਰ ਉਹ ਮੁਸਕਰਾਈ। ਉਸ ਕੋਲ ਹੀ ਪਏ ਇੱਕ ਖਿਡੌਣੇ ਨੂੰ ਚੁੱਕ ਕੇ ਖੇਡਣ ਲੱਗੀ। ਅਸੀਂ ਵੇਖ ਕੇ ਹੱਕੇ ਬੱਕੇ ਰਹਿ ਗਏ। ਅੱਧੇ ਪੌਣੇ ਘੰਟੇ ਬਾਅਦ ਉਹ ਘਰ ਵਿੱਚ ਇਉਂ ਲੇਟਰੀਆਂ ਦੇਣ ਲੱਗੀ ਜਿਵੇਂ ਕਦੇ ਬਿਮਾਰ ਹੀ ਨਾ ਹੋਈ ਹੋਵੇ। ਸਾਨੂੰ ਵੇਖ ਕੇ ਵੀ ਯਕੀਨ ਨਹੀਂ ਸੀ ਆ ਰਿਹਾ। ਇਹ ਕੀ ਮੁਆਜ਼ਾ ਹੋ ਗਿਆ। ਸਾਡੇ ਦਿਨ ਪਰਤਣ ਲੱਗੇ ਨੇ। ਮੈਂ ਮੁਸਕਰਾਉਂਦੇ ਹੋਏ ਬੀਵੀ ਨੂੰ ਕਿਹਾ, ਜੇ ਇਹ ਬੱਚੀ ਮੌਤ ਦੇ ਮੂੰਹ ਵਿੱਚ ਜਾ ਕੇ ਬਿਨਾਂ ਦਵਾਈਓਂ ਨਰੋਈ ਹੋ ਸਕਦੀ ਏ ਤਾਂ ਮੈਨੂੰ ਵੀ ਨੌਕਰੀ ਮਿਲੀ ਸਮਝੋ। ਇਉਂ ਜਾਪਦਾ ਰੱਬ ਸਾਨੂੰ ਦੁੱਖ ਸੰਤਾਪ ਦੇ ਕੇ ਹਾਰ ਗਿਆ। ਹੁਣ ਬਹਾਰ ਆਉਣ ਵਾਲੀ ਹੈ। ਸੋ ਇਹ ਵੀ ਲੇਖਕ ਦਾ ਇੱਕ ਵਿਸ਼ਵਾਸ ਹੈ ਕਿ ਹੁਣ ਜ਼ਰੂਰ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਉਣਗੇ। 1.5 ਸਾਲ ਹੋ ਗਿਆ ਸੀ ਬੇਕਾਰ ਰੁਲਦਿਆਂ। ਅਗਲੇ ਦਿਨ ਮੈਂ ਬੜੇ ਚਾਅ ਨਾਲ ਨੌਕਰੀ ਢੂੰਡਣ ਨਿਕਲਿਆ। ਸੱਪਣੀ ਵਾਂਗ ਬਲ ਖਾਂਦੀਆਂ ਗਲੀਆਂ ਵਿੱਚੋਂ ਲੰਘਦਾ ਮੈਂ ਜਾਮਾ ਮਸਜਿਦ ਦੇ ਕੋਲ ਪੁੱਜਾ। ਇੱਥੋਂ ਮੈਂ ਲੰਘਦਿਆਂ ਕਈ ਵਾਰ ਅੱਲਾ ਅੱਗੇ ਸਿਰ ਝੁਕਾਇਆ ਸੀ। ਮੈਂ ਇੱਕ ਪਲ ਰੁਕ ਗਿਆ, ਜਿਵੇਂ ਕਿਸੇ ਪੈਰਾਂ ਨੂੰ ਸੰਗਲ ਬੰਨ੍ਹ ਦਿੱਤੇ ਹੋਣ।
ਤੂੰ ਕਿਸ ਕਿਸਮ ਦੀ ਨੌਕਰੀ ਚਾਹੁੰਦਾ ਹੈ? ਮੈਂ ਅੰਦਰੋਂ ਹੀ ਜਿਵੇਂ ਮੇਰੇ ਕੋਲੋਂ ਮੇਰੇ ਦਿਲ ਨੇ ਪੁੱਛਿਆ। ਮੇਰੀ ਦਿਲੀ ਇੱਛਾ ਤਾਂ ਕਿਸੇ ਅਖਬਾਰ ਵਿੱਚ ਕੰਮ ਕਰਨ ਦੀ ਹੈ। ਬੰਦਾ ਸਾਰੀ ਦੁਨੀਆ ਨਾਲ ਜੁੜਿਆ ਰਹਿੰਦਾ, ਜਾਗਰੂਕ ਅਤੇ ਸੁਚੇਤ ਹੈ। ਮੈਂ ਆਪਣੇ ਆਪ ਨਾਲ ਗੱਲ ਕੀਤੀ। ਖਲਕਤ ਨਾਲ ਜੁੜ ਕੇ ਜੀਣ ਦਾ ਸਵਾਦ ਹੀ ਹੋਰ ਹੈ। ਤੇਰਾ ਕੰਮ ਹੋ ਗਿਆ ਸਮਝ। ਮੇਰੇ ਅੰਦਰਲੇ ਨੇ ਹੁੰਗਾਰਾ ਭਰਿਆ, ਜਿਵੇਂ ਮੈਂ ਵਿਸਮਾਦ ਵਿੱਚ ਆ ਗਿਆ ਹੋਵਾਂ। ਮਤਲਬ ਹੁਣ ਲੇਖਕ ਬਹੁਤ ਖੁਸ਼ ਹੈ ਅਤੇ ਅੱਛੀਆਂ ਅੱਛੀਆਂ ਗੱਲਾਂ ਉਹ ਸੋਚ ਰਿਹਾ। ਪਤਾ ਨਹੀਂ ਕਿਉਂ ਮੈਂ ਉੱਥੋਂ ਹੀ ਝੂਮਦਾ ਝਾਮਦਾ ਘਰ ਪਰਤ ਆਇਆ। ਐਕਸਚੇਂਜ ਦੇ ਦਫ਼ਤਰ ਵੀ ਨਾ ਗਿਆ। ਮੇਰਾ ਮਨ ਕਹਿੰਦਾ ਕਿ 2-4 ਦਿਨਾਂ ਵਿੱਚ ਹੀ ਮੈਨੂੰ ਮੇਰੇ ਮਤਲਬ ਦੀ ਨੌਕਰੀ ਮਿਲ ਜਾਸੀ। ਘਰ ਆ ਕੇ ਮੈਂ ਆਪਣੀ ਪਤਨੀ ਨੂੰ ਕਿਹਾ। ਪਤਨੀ ਚੁੱਪ-ਚਾਪ ਮੇਰੇ ਵੱਲ ਵੇਖਦੀ ਰਹੀ। ਨਾ ਉਹਦੀ ਨਜ਼ਰ ਵਿੱਚ ਹੁਲਾਸ ਸੀ ਅਤੇ ਨਾ ਹੀ ਤਲਖੀ। ਘਰ ਪਹੁੰਚ ਕੇ ਮੈਂ ਨਾਲ ਦੇ ਘਰੋਂ ਹਿੰਦੁਸਤਾਨ ਟਾਈਮਜ਼ ਮੰਗਵਾਈ। ਖਾਲੀ ਅਸਾਮੀਆਂ ਬਾਰੇ ਕਾਲਮ ਵੇਖਣ ਲੱਗਾ। ਅਗਲੇ ਦਿਨ ਦੀ ਵੀ ਅਖਬਾਰ ਮੰਗਵਾ ਕੇ ਵੇਖੀ। ਉਸ ਤੋਂ ਅਗਲੇ ਦਿਨ ਅਖਬਾਰ ਵੇਖਦੇ ਵੇਖਦੇ ਇੱਕ ਖਾਲੀ ਅਸਾਮੀ ਵੇਖ ਕੇ ਮੈਂ ਭੁੜਕ ਉੱਠਿਆ। ਮਿਲ ਗਈ ਨੌਕਰੀ, ਮਿਲ ਗਈ। ਬਸ ਇਸ਼ਤਿਹਾਰ ਵੇਖ ਕੇ ਹੀ ਮਿਲ ਗਈ। ਘਰ ਬੈਠਿਆਂ ਹੀ ਸੁਪਨੇ ਲੈਂਦੇ ਰਿਹਾ ਕਰੋ। ਬੀਵੀ ਮੇਰੇ ਤੋਂ ਕਾਫੀ ਸਤੀ ਪਈ ਸੀ। ਇਹੋ ਨੌਕਰੀ ਤਾਂ ਮੈਂ ਚਾਹੁੰਦਾ ਸਾਂ। ਇਹਦੇ ਨਾਲ ਹੀ ਤਾਂ ਮੇਰੇ ਸੁਪਨੇ ਜੁੜੇ ਹੋਏ ਨੇ। ਬਸ ਕੰਮ ਬਣ ਗਿਆ ਸਮਝੋ। ਮੈਂ ਨਿਸ਼ਚੇ ਨਾਲ ਕਿਹਾ, ਜਿਵੇਂ ਇਸ ਨੌਕਰੀ 'ਤੇ ਮੇਰਾ ਜਨਮ ਸਿੱਧ ਅਧਿਕਾਰ ਹੋਵੇ। ਅਖਬਾਰ ਵਿੱਚ ਫਤਿਹ ਪ੍ਰੀਤਮ ਲਈ ਇੱਕ ਸੰਪਾਦਕ ਦੀ ਅਸਾਮੀ ਨਿਕਲੀ ਸੀ। ਉਦੋਂ ਦਫ਼ਤਰ ਭਗੀਰਥ ਪੈਲੇਸ ਵਿੱਚ ਹੁੰਦਾ ਸੀ। ਮੈਂ ਛੇਤੀ ਨਾਲ ਤਿਆਰ ਹੋ ਕੇ ਭਗੀਰਥ ਪੈਲੇਸ ਪੁੱਜਾ, ਪੂਰੇ ਵਿਸ਼ਵਾਸ ਨਾਲ ਮੁਸਕਰਾਉਂਦਾ ਅਤੇ ਟਹਿਕਦਾ। ਭਰਿਆ ਭਕੁੰਨਾ। ਨਾਰੰਗ ਸਾਹਿਬ ਦੇ ਵੱਡੇ ਲੜਕੇ ਮਹਿੰਦਰ ਸਿੰਘ ਨਾਲ ਥੋੜ੍ਹੀ ਜਿਹੀ ਜਾਣ ਪਛਾਣ ਸੀ। ਜਿੰਨੀ ਦਿਨੀ ਮੈਂ ਪਟਿਆਲੇ ਮੁਨਸ਼ੀਗਿਰੀ ਕਰਦਾ ਸਾਂ, ਇੱਕ ਵਾਰ ਪੈਟਰੋਲ ਪੰਪ 'ਤੇ ਅਚਾਨਕ ਮੇਲ ਹੋ ਗਿਆ। 2-3 ਵਾਰ ਮਿਲਣ ਨਾਲ ਸਾਹਬ ਸਲਾਮਤ ਸ਼ੁਰੂ ਹੋ ਗਈ। ਉਸੇ ਪੈਟਰੋਲ ਪੰਪ 'ਤੇ ਮੇਰੀ ਇੱਕ ਵਾਰ ਨਾਰੰਗ ਸਾਹਿਬ ਨਾਲ ਵੀ ਮੁਲਾਕਾਤ ਹੋਈ। ਬਸ ਰਸਮੀ ਜਿਹੀ ਸਤਿ ਸ਼੍ਰੀ ਅਕਾਲ। ਦਫ਼ਤਰ ਅਜੇ ਖੁੱਲ੍ਹਾ ਨਹੀਂ ਸੀ। ਮੈਂ ਬਾਹਰ ਖਲੋ ਕੇ ਉਡੀਕਣ ਲੱਗਾ। ਕੁਝ ਚਿਰ ਬਾਅਦ ਮਹਿੰਦਰ ਸਿੰਘ ਆਇਆ। ਉਸ ਵੇਖਦੇ ਸਾਰ ਪਛਾਣ ਲਿਆ। ਸੁਣਾਓ ਵਣਜਾਰਾ ਸਾਹਿਬ, ਸਵੇਰੇ ਸਵੇਰੇ ਕਿੱਧਰ? ਮੇਰਾ ਅੰਦਰ ਬਾਹਰ ਖਿੜ ਗਿਆ। ਕਿਤਨੇ ਚਿਰ ਬਾਅਦ ਕਿਸੇ ਵਣਜਾਰਾ ਤਾਂ ਕਹਿ ਕੇ ਬੁਲਾਇਆ ਸੀ। ਵਣਜਾਰਾ ਤਾਂ ਮੇਰੀ ਪਛਾਣ ਸੀ ਜੋ ਗਵਾਚ ਗਈ ਸੀ। ਨੌਕਰੀ ਕਰਨ ਆਇਆ ਤੁਹਾਡੇ ਕੋਲ। ਮੈਂ ਮੁਸਕਰਾਇਆ। ਅੱਛਾ। ਉਸ ਦੀਆਂ ਅੱਖਾਂ ਵਿੱਚ ਹੁੰਗਾਰਾ ਸੀ। ਅਖਬਾਰ ਦਾ ਕੰਮ ਕਰ ਲਓਗੇ? ਹਾਂ, ਕਿਉਂ ਨਹੀਂ। ਮੈਂ ਕਵਿਤਾ ਅਤੇ ਕਹਾਣੀਆਂ ਲਿਖ ਲੈਂਦਾ ਹਾਂ। ਮੈਂ ਮਾਣ ਨਾਲ ਕਿਹਾ। ਤੁਹਾਨੂੰ ਦੱਸਿਆ ਤਾਂ ਸੀ ਨਾ ਕਿ ਮੇਰੀ ਕਵਿਤਾ ਦੀ ਕਿਤਾਬ ਖੁਸ਼ਬੂਆਂ ਛਪ ਚੁੱਕੀ ਹੈ। ਪ੍ਰੀਤਮ ਵਿੱਚ ਵੀ ਮੇਰੀਆਂ ਕਈ ਕਵਿਤਾਵਾਂ ਛਪੀਆਂ ਨੇ। ਮੈਂ ਜੋਸ਼ ਵਿੱਚ ਸਾਂ। ਅੱਜ ਹੀ ਤਾਂ ਬੋਲਣ ਦਾ ਮੌਕਾ ਮਿਲਿਆ ਸੀ। ਪਰ ਅਖਬਾਰ ਦਾ ਕੰਮ ਤਾਂ ਕੁਝ ਹੋਰ ਤਰ੍ਹਾਂ ਦਾ ਹੁੰਦਾ, ਸੌਖਾ ਨਹੀਂ। ਮਹਿੰਦਰ ਸਿੰਘ ਨੇ ਦਫ਼ਤਰ ਦਾ ਜੰਦਰਾ ਖੋਲ੍ਹਦਿਆਂ ਕਿਹਾ। ਮੈਂ 4-5 ਮਹੀਨੇ ਇੱਕ ਅੰਗਰੇਜ਼ੀ ਹਫ਼ਤਾਵਾਰ ਵਿੱਚ ਕੰਮ ਕੀਤਾ। ਇੱਥੇ ਹਫ਼ਤਾਵਾਰ ਹੋਏਗਾ, ਮਿਸਟੇਕ ਹੈ, ਸਪੈਲਿੰਗ ਮਿਸਟੇਕ। ਮੇਰਾ ਜੋਸ਼ ਠੰਡਾ ਨਹੀਂ ਸੀ ਪਿਆ। ਅੱਛਾ ਬੈਠੋ, ਬਾਊ ਜੀ ਹੁਣੇ ਆ ਜਾਂਦੇ ਨੇ। ਮੈਂ ਤੁਹਾਡੀ ਸਿਫਾਰਿਸ਼ ਕਰਾਂਗਾ। ਫਿਰ ਮਹਿੰਦਰ ਸਿੰਘ ਨੇ ਇੱਕ ਕਾਗਜ਼ ਦੇ ਕੇ ਕਿਹਾ, ਲਓ ਤਦ ਤੱਕ ਅਰਜ਼ੀ ਲਿਖੋ। ਪੰਜਾਬੀ ਵਿੱਚ ਲਿਖਣਾ। ਅਤੇ ਮੈਂ ਘਬਰਾ ਗਿਆ। ਪੰਜਾਬੀ ਵਿੱਚ ਤਾਂ ਅੱਜ ਤੱਕ ਕਦੇ ਅਰਜ਼ੀ ਨਹੀਂ ਸੀ ਲਿਖੀ, ਪਰ ਮਜਬੂਰ। ਮੈਂ ਅਰਜ਼ੀ ਲਿਖੀ ਅਤੇ ਫਾੜ ਸੁੱਟੀ। ਦੂਜੀ ਦਾ ਵੀ ਉਹ ਹਸ਼ਰ। ਮਹਿੰਦਰ ਸਿੰਘ ਮੇਰੇ ਵੱਲ ਕਣੀਖਿਓਂ ਵੇਖ ਰਿਹਾ ਸੀ। ਮੈਂ ਅੰਦਰੋਂ ਅੰਦਰੀ ਸ਼ਰਮਸਾਰ ਹੋ ਰਿਹਾ ਸਾਂ। ਫਿਰ ਮੈਂ ਦਿਲ ਨੂੰ ਤਕੜਾ ਕੀਤਾ ਅਤੇ ਸੋਚ ਕੇ ਅਰਜ਼ੀ ਲਿਖੀ। ਗੱਲ ਕੁਝ ਬਣ ਗਈ ਸੀ। ਹੇਠਾਂ ਮੈਂ ਵਣਜਾਰਾ ਬੇਦੀ ਲਿਖਿਆ। ਕਿਤਨੇ ਦਿਨ ਬਾਅਦ ਆਪਣਾ ਇਹ ਕਲਮੀ ਨਾਂ ਲਿਖਣ ਦਾ ਅਵਸਰ ਮਿਲਿਆ ਸੀ। ਠੀਕ ਏ। ਇੱਕ ਤਹਿਦੀ ਜਿਹੀ ਨਜ਼ਰ ਫੇਰਦਿਆਂ ਮਹਿੰਦਰ ਸਿੰਘ ਨੇ ਅਰਜ਼ੀ ਮੇਜ਼ 'ਤੇ ਰੱਖ ਦਿੱਤੀ। ਝਟਕੂ ਮਗਰੋਂ ਨਾਰੰਗ ਸਾਹਿਬ ਆ ਗਏ, ਉਦਾਸ ਅਤੇ ਗੰਭੀਰ, ਕਿਸੇ ਸੋਚ ਵਿੱਚ ਡੁੱਬੇ ਹੋਏ। ਮੇਰੇ ਵੱਲ ਉਹਨਾਂ ਵੇਖਿਆ ਹੀ ਨਾ। ਮਹਿੰਦਰ ਸਿੰਘ ਨੇ ਮੇਰੇ ਆਉਣ ਦੇ ਕਾਰਨ ਬਾਰੇ ਦੱਸਿਆ, ਪਰ ਉਹਨਾਂ ਬੜੀ ਅਲਗਰਜ਼ੀ ਜਿਹੀ ਨਾਲ ਮੇਰੇ ਵੱਲ ਵੇਖਿਆ। ਸ਼ਾਇਦ ਉਹਨਾਂ ਨੂੰ ਮੈਂ ਜਚਿਆ ਨਹੀਂ ਸਾਂ। ਮੇਰੀ ਅਰਜ਼ੀ ਮੇਜ਼ 'ਤੇ ਉੱਥੇ ਦੀ ਉੱਥੇ ਪਈ ਰਹੀ, ਬੇਜਾਨ ਲੋਥ ਵਾਂਗ। ਨਾਰੰਗ ਸਾਹਿਬ ਕੰਮ ਵਿੱਚ ਜੁਟ ਗਏ। ਅਚਾਨਕ ਉਹਨਾਂ ਦੀ ਨਜ਼ਰ ਮੇਰੀ ਅਰਜ਼ੀ ਹੇਠ ਲਿਖੇ ਨਾਂ 'ਤੇ ਜਾ ਪਈ। ਉਹਨਾਂ ਅਰਜ਼ੀ ਚੁੱਕ ਲਈ। ਨਾਂ ਵੇਖ ਕੇ ਚਿਹਰਾ ਖਿੜ ਗਿਆ। ਵਣਜਾਰਾ ਬੇਦੀ? ਉਹਨਾਂ 2 ਵਾਰ ਦੁਹਰਾਇਆ। ਫਿਰ ਮੇਰੇ ਵੱਲ ਵੇਖਿਆ ਅਤੇ ਮੁਸਕਰਾ ਪਏ। ਬੇਦੀ? ਬਾਬੇ ਨਾਨਕ ਦੀ ਅੰਸ਼? ਠੀਕ ਏ। ਮੈਨੂੰ ਲੱਗਾ ਮੇਰੇ ਪੁਰਖੇ ਮੇਰੀ ਮਦਦ 'ਤੇ ਆ ਪਹੁੰਚੇ ਸਨ। ਹੁਣ ਤਾਂ ਮੈਂ ਇਕੱਲਾ ਨਹੀਂ ਸਾਂ। ਗੁਰੂ ਨਾਨਕ ਦੇਵ ਆਪਣੀ ਦੈਵੀ ਸ਼ਕਤੀ ਸਮੇਤ ਮੇਰੇ ਅੰਗ ਸੰਗ ਆ ਖੜ੍ਹੇ ਹੋਏ ਸਨ। ਕੰਮ ਕਰ ਲਏਗਾ?
हाँ जी, ਮੇਰੇ ਮਨਪਸੰਦ ਦਾ ਕੰਮ ਏ। ਤਨਖਾਹ ਕੀ ਲਏਗਾ? ਜੋ ਦਿਓਗੇ। ਨਹੀਂ, ਤੂੰ ਆਪਣੀ ਪੁੱਜਤ ਦੱਸ। ਨਾ ਮੈਂ ਜ਼ਿਆਦਾ ਮੰਗਣ ਜੋਗਾ ਤੇ ਨਾ ਘੱਟ। ਜੇ ਜ਼ਿਆਦਾ ਮੰਗ ਲਏ ਤਾਂ ਇਹਨਾਂ ਰੱਖਿਆ ਨਾ ਤਾਂ ਫੇਰ। ਜੇ ਘੱਟ ਮੰਗੇ ਤਾਂ ਸਵਾਦ ਨਹੀਂ ਆਉਣਾ, ਕੰਮ ਵਿੱਚ ਮਨ ਨਹੀਂ ਭਿੱਜਣਾ। ਪਠਾਨਕੋਟ ਮੈਨੂੰ 90 ਰੁਪਏ ਮਿਲਦੇ ਸਨ, ਪਰ ਰੋਟੀ ਕੱਪੜਾ ਤੇ ਰਿਹਾਇਸ਼ ਦੀਆਂ ਅਨੇਕ ਸਹੂਲਤਾਂ ਸਨ। ਤਾਂ 150 ਮੰਗਾ? ਨਹੀਂ, 100 ਠੀਕ ਰਹੇਗਾ। ਜੇ ਜ਼ਿਆਦਾ ਲੱਗਾ? 75 ਰੁਪਏ? ਨਹੀਂ, ਇਹ ਤਾਂ ਬਹੁਤ ਥੋੜ੍ਹੇ ਨੇ। ਤੇ ਮੈਂ ਡਰਦੇ ਡਰਦੇ 100 ਰੁਪਏ ਤਨਖਾਹ ਮੰਗੀ। ਠੀਕ ਏ, ਨਾਰੰਗ ਸਾਹਿਬ ਨੇ ਮੁਸਕਰਾਉਂਦਿਆਂ ਕਿਹਾ। ਅੱਜ ਤੋਂ ਹੀ ਕੰਮ ਸ਼ੁਰੂ ਕਰ ਦੇ। ਦਿਲ ਲਗਾ ਕੇ ਕੰਮ ਕਰੀ। ਅੱਛਾ ਜੀ, ਮੈਂ ਹੁਣੇ ਆਇਆ। ਜ਼ਰਾ ਘਰ ਦੱਸ ਆਵਾਂ। ਮੈਂ ਉਸੇ ਪੈਰ ਘਰ ਵੱਲ ਦੌੜਿਆ। ਮੇਰੇ ਪੈਰ ਜਿਮੀ ਤੋਂ ਕਈ ਗਿੱਠ ਉੱਚੇ ਉੱਠ ਰਹੇ ਸਨ। 4-5 ਸਾਲ ਪਹਿਲਾਂ ਪ੍ਰੀਤਮ ਦਾ ਐਡੀਟਰ ਬਣਨ ਦਾ ਸੁਪਨਾ ਲਿਆ ਸੀ, ਉਹ ਸਾਕਾਰ ਹੋ ਗਿਆ। ਸੋ ਇਸ ਤਰ੍ਹਾਂ ਭਾਵੇਂ ਜੀਟੀ ਕੰਪਨੀ ਦੀ ਨੌਕਰੀ ਛੱਡਣ ਤੋਂ ਬਾਅਦ ਲੇਖਕ ਦੀ ਜ਼ਿੰਦਗੀ ਕਾਫੀ ਗਰੀਬੀ ਦੇ ਵਿੱਚੋਂ ਗੁਜ਼ਰੀ ਹੈ, ਪਰ ਹੌਸਲਾ ਅਤੇ ਰੱਬ 'ਤੇ ਵਿਸ਼ਵਾਸ ਸਦਕਾ ਉਹਨੂੰ ਆਪਣੀ ਮਨਪਸੰਦ ਨੌਕਰੀ ਮਿਲ ਜਾਂਦੀ ਹੈ।